ਹਾਂਜੀ ਬੇਟਾ, ਪਹਿਲਾਂ ਤੁਹਾਨੂੰ ਮੈਂ ਵਿਅੰਜਨ ਚਾਰਟ ਕਰਵਾਇਆ ਸੀ। ਇਹਦੇ ਵਿੱਚ ਸਿੱਧੀਆਂ ਸਟਰੋਕਾਂ, ਗੋਲਾਈਦਾਰ ਸਟਰੋਕਾਂ, ਹੁੱਕ ਵਾਲੀਆਂ ਅਤੇ ਚੱਕਰ ਵਾਲੀਆਂ ਸਟਰੋਕਾਂ ਕਰਵਾਈਆਂ ਨੇ। ਇਹ ਸਾਰਾ ਵਿਅੰਜਨ ਚਾਰਟ ਜੇ ਤੁਹਾਨੂੰ ਯਾਦ ਹੋ ਜਾਂਦਾ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਕਰਵਾਇਆ ਸੀ ਵੀ ਜਿਹੜੇ ਇਹ ਵਿਅੰਜਨ ਨੇ ਇਹਨਾਂ ਨੂੰ ਜੋੜ ਕੇ ਕਿਸ ਤਰ੍ਹਾਂ ਲਿਖਣਾ ਹੈ। ਪੱਪਾ ਗੱਗਾ ਪੱਗ, ਪੱਪਾ ਟੈਂਕਾ ਪੱਟ, ਇਸ ਤਰ੍ਹਾਂ ਕਰਕੇ ਇਹਨਾਂ ਨੂੰ ਜੋੜ ਕੇ ਪਾਉਣਾ ਹੈ। ਇਹ ਐਕਸਰਸਾਈਜ਼ ਕਰਨ ਤੋਂ ਬਾਅਦ ਬੇਟਾ ਤੁਹਾਡਾ ਨੈਕਸਟ ਲੈਸਨ ਜਿਹੜਾ ਸ਼ੁਰੂ ਹੁੰਦਾ ਉਹ ਹੈਗਾ ਲੈਸਨ ਸਵਰ। ਸਵਰ ਬੇਟਾ ਜਿਵੇਂ ਪੰਜਾਬੀ ਗੁਰਮੁਖੀ ਲਿਪੀ ਹੈ ਜਿਹੜੀ, ਉਹਦੇ ਵਿੱਚ 35 ਅੱਖਰ ਹੁੰਦੇ ਨੇ। 35 ਅੱਖਰੀ ਗੁਰਮੁਖੀ ਲਿਪੀ ਆ, ਉਹਦੇ ਵਿੱਚ 3 ਸਵਰ ਹੁੰਦੇ ਨੇ, ਊੜਾ, ਆੜਾ, ਈੜੀ, ਅਤੇ ਬਾਕੀ ਜਿਹੜੇ 32 ਹੁੰਦੇ ਨੇ ਉਹ ਹੁੰਦੇ ਆ ਵਿਅੰਜਨ। ਸਵਰ ਹੁੰਦੇ ਬੇਟਾ ਜਿਹੜੇ ਆਵਾਜ਼ ਆਪਾਂ ਨੇ ਸਿੱਧੀ ਜਿਹੜੀ ਹੈ ਮੂੰਹ 'ਚੋਂ ਬਾਹਰ ਨਿਕਲਦੀ ਹੈ, ਰਸਤੇ ਦੇ ਵਿੱਚ ਕਿਤੇ ਕੋਈ ਰੁਕਾਵਟ ਨਹੀਂ ਹੁੰਦੀ, ਉਹ ਸਵਰ ਹੁੰਦੇ ਨੇ। ਜਿਵੇਂ ਬੋਲਣ ਵੇਲੇ ਆਪਾਂ ਕਹਿੰਦੇ ਹਾਂ ਊ, ਆ, ਈ। ਅਤੇ ਜਿਹੜੇ ਵਿਅੰਜਨ ਨੇ, ਜਿਵੇਂ ਬੋਲਦੇ ਪੱਪਾ ਬੋਲਦੇ ਆ ਜਾਂ ਟੈਂਕਾ ਬੋਲਦੇ ਆ, ਤਾਂ ਜਿਵੇਂ ਪੱਪਾ ਬੋਲਣ ਵੇਲੇ ਆਪਣੇ ਜਿਹੜੇ ਲਿਪਸ ਨੇ ਉਹ ਟਕਰਾਉਂਦੇ ਨੇ। ਟੈਂਕਾ ਬੋਲਣ ਵੇਲੇ ਆਪਣੀ ਜੀਭ ਜਿਹੜੀ ਹੈ ਤਾਲੂਏ ਨਾਲ ਟਕਰਾਉਂਦੀ ਹੈ, ਰਸਤੇ 'ਚ ਰੁਕਾਵਟ ਹੁੰਦੀ ਹੈ। ਜਦੋਂ ਇਹ ਇਸ ਤਰ੍ਹਾਂ ਸ਼ਬਦ ਬਾਹਰ ਨਿਕਲਦੇ ਉਹ ਵਿਅੰਜਨ ਹੁੰਦੇ ਹੈ। ਅਤੇ ਬੇਟਾ ਸਵਰ ਦੇ ਲੈਸਨ ਦੇ ਵਿੱਚ ਸਵਰ ਦੀ ਡੈਫੀਨੇਸ਼ਨ ਹੈ, ਜੇ ਮੂੰਹ ਲਾਂਘਾ ਇੰਨਾ ਖੁੱਲ੍ਹਾ ਹੋਵੇ ਕਿ ਉਸ ਵਿੱਚੋਂ ਸੁਣਨਯੋਗ ਘਰਸ਼ਣ ਪੈਦਾ ਨਾ ਹੋਵੇ ਅਤੇ ਸਗੋਸ਼ ਸਾਹ ਉਸ ਵਿੱਚੋਂ ਲੰਘੇ ਤਾਂ ਸਵਰ ਪੈਦਾ ਹੁੰਦਾ ਹੈ। ਮਤਲਬ ਕਿ ਜਿਹੜਾ ਜਦੋਂ ਆਪਾਂ ਬੋਲਦੇ ਹਾਂ, ਕੋਈ ਵੀ ਸਵਰ ਬੋਲਦੇ ਹਾਂ, ਊ, ਆ, ਈ, ਬਲਕਿ ਆਪਣੇ ਰਸਤੇ ਦੇ ਵਿੱਚ ਕਿਤੇ ਕੋਈ ਰਗੜ ਨਹੀਂ ਪੈਦਾ ਹੁੰਦੀ। ਘਰਸ਼ਣ ਦਾ ਮਤਲਬ ਕੋਈ ਰਗੜ, ਕਿਤੇ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਅਤੇ ਸਿੱਧਾ ਸਾਹ ਬਾਹਰ ਨਿਕਲਦਾ, ਤਾਂ ਜਿਹੜਾ ਉਸ ਟਾਈਮ ਧੁਨੀ ਨਿਕਲਦੀ ਉਹ ਕੀ ਹੁੰਦੀ ਹੈ, ਸਵਰ ਦੀ ਧੁਨੀ ਹੁੰਦੀ ਹੈ। ਸ਼ਾਰਟ ਹੈਂਡ ਦੇ ਵਿੱਚ ਬੇਟਾ ਜਿਹੜੀਆਂ ਸਵਰ ਧੁਨੀਆਂ ਨੇ ਉਹ ਹੈਗੀਆਂ 11 ਸਵਰ ਧੁਨੀਆਂ, ਜਿਨ੍ਹਾਂ ਦੇ ਵਿੱਚੋਂ 6 ਹੈਗੀਆਂ ਦੀਰਘ ਅਤੇ 5 ਹੈਗੀਆਂ ਲਘੂ। ਦੀਰਘ ਸਵਰਾਂ ਦੇ ਉਚਾਰਨ ਵਿੱਚ ਲਘੂ ਸਵਰਾਂ ਦੇ ਮੁਕਾਬਲੇ ਜ਼ਿਆਦਾ ਸਮਾਂ ਲੱਗਦਾ ਹੈ। ਪੰਜਾਬੀ ਸ਼ਾਰਟ ਹੈਂਡ ਵਿੱਚ ਅਜਿਹੇ 6 ਸਵਰਾਂ ਵਿੱਚੋਂ 3 ਨੂੰ ਗੂੜ੍ਹੀਆਂ ਬਿੰਦੀਆਂ ਅਤੇ 3 ਨੂੰ ਗੂੜ੍ਹੀਆਂ ਡੈਸ਼ਾਂ ਦੁਆਰਾ ਦਰਸਾਇਆ ਜਾਂਦਾ ਹੈ। ਅਤੇ ਲਘੂ ਸਵਰਾਂ ਦੇ ਉਚਾਰਨ ਵਿੱਚ ਦੀਰਘ ਸਵਰਾਂ ਦੇ ਮੁਕਾਬਲੇ ਘੱਟ ਸਮਾਂ ਲੱਗਦਾ ਹੈ। ਇਹਨਾਂ ਵਿੱਚੋਂ 3 ਨੂੰ ਫਿੱਕੀਆਂ ਬਿੰਦੀਆਂ ਅਤੇ 2 ਨੂੰ ਫਿੱਕੀਆਂ ਡੈਸ਼ਾਂ ਨਾਲ ਦਰਸਾਇਆ ਜਾਂਦਾ ਹੈ। ਇਹ ਬੇਟਾ ਟੇਬਲ ਹੈ ਜਿਹੜਾ ਤੁਸੀਂ ਸ਼ਾਰਟ ਹੈਂਡ ਦਾ ਇਹ ਟੇਬਲ ਹੈ ਜਿਹੜਾ ਤੁਸੀਂ ਯਾਦ ਕਰਨਾ। ਇਹਦੇ ਵਿੱਚ ਦੀਰਘ ਸਵਰ ਨੇ 1 2 3 4 5 6 ਦੀਰਘ ਸਵਰ ਨੇ ਅਤੇ 5 ਲਘੂ ਨੇ, 1 2 3 4 5। 3 ਨੂੰ ਬੇਟਾ ਗੂੜ੍ਹੀਆਂ ਡੈਸ਼ਾਂ ਨਾਲ ਦਰਸਾਇਆ ਜਾਂਦਾ ਹੈ, ਆ, ਏ, ਈ, ਅਤੇ 3 ਨੂੰ ਜਿਹੜੀਆਂ ਹੈਗੀਆਂ ਫਿੱਕੀਆਂ ਗੂੜ੍ਹੀਆਂ 3 ਨੂੰ ਗੂੜ੍ਹੀਆਂ ਬਿੰਦੀਆਂ ਅਤੇ 3 ਨੂੰ ਗੂੜ੍ਹੀਆਂ ਡੈਸ਼ਾਂ ਨਾਲ ਦਰਸਾਇਆ ਜਾਂਦਾ ਹੈ। ਅਤੇ ਲਘੂ ਸਵਰ ਦੇ ਵਿੱਚ ਪਹਿਲੇ ਜਿਹੜੇ 3 ਨੇ ਉਹਨਾਂ ਨੂੰ ਫਿੱਕੀਆਂ ਬਿੰਦੀਆਂ ਨਾਲ, ਅਤੇ ਜਿਹੜੇ 2 ਨੇ ਉਹਨਾਂ ਨੂੰ ਫਿੱਕੀਆਂ ਡੈਸ਼ਾਂ ਨਾਲ ਦਰਸਾਇਆ ਜਾਂਦਾ ਹੈ। ਦੀਰਘ ਸਵਰ ਗੂੜ੍ਹੇ ਸਵਰ ਨੇ ਅਤੇ ਲਘੂ ਸਵਰ ਨੇ ਜਿਹੜੇ ਉਹ ਫਿੱਕੀਆਂ ਬਿੰਦੀਆਂ ਨਾਲ ਅਤੇ ਫਿੱਕੀਆਂ ਡੈਸ਼ਾਂ ਨਾਲ ਦਰਸਾਉਂਦੇ ਆ। ਅੱਜ ਬੇਟਾ ਮੈਂ ਤੁਹਾਨੂੰ ਪਹਿਲਾ ਸਵਰ ਕਰਵਾ ਰਹੀ ਹਾਂ ਆ। ਇਹਦਾ ਬੇਟਾ ਹੈਗਾ ਸਥਾਨ, ਪਹਿਲਾ ਸਥਾਨ। ਸਥਾਨ ਦਾ ਮਤਲਬ ਕੀ ਹੁੰਦਾ ਹੈ, ਜਿਵੇਂ ਪੱਪਾ ਸ਼ਬਦ ਹੈ ਬੇਟਾ, ਇਹਦੀ ਪੱਪਾ ਆਪਾਂ ਇਸ ਤਰ੍ਹਾਂ ਕਰਕੇ ਸਟਰੋਕ ਪਾਉਂਦੇ ਹਾਂ, ਜਿੱਥੋਂ ਪੱਪਾ ਸ਼ੁਰੂ ਹੁੰਦਾ ਉਹ ਇਹਦਾ ਪਹਿਲਾ ਸਥਾਨ ਹੈ, ਜਿਹੜਾ ਸੈਂਟਰ ਆ ਉਹ ਦੂਜਾ ਸਥਾਨ ਹੈ, ਜਿਹੜਾ ਜਿੱਥੇ ਖਤਮ ਹੁੰਦੀ ਹੈ ਸਟਰੋਕ ਉਹ ਹੈਗਾ ਤੀਜਾ ਸਥਾਨ। ਅਤੇ ਹਰ ਇੱਕ ਸਟਰੋਕ ਦੇ ਬੇਟਾ ਖੱਬਾ ਪਾਸਾ ਹੁੰਦਾ ਜਿਹੜਾ ਉਹ ਪਹਿਲਾ ਪਾਸਾ ਹੁੰਦਾ ਹੈ, ਅਤੇ ਜਿਹੜਾ ਸੱਜਾ ਪਾਸਾ ਹੁੰਦਾ ਉਹ ਬਾਅਦ ਵਾਲਾ ਪਾਸਾ। ਹੁਣ ਜਿਵੇਂ ਪੱਪਾ ਪਾਇਆ ਆਪਾਂ, ਇਹਦਾ ਇੱਧਰ ਵਾਲਾ ਪਾਸਾ ਜਿਹੜਾ ਹੈ ਇਹ ਪਹਿਲਾ ਪਾਸਾ ਹੈ ਖੱਬਾ, ਜਿਹੜਾ ਇੱਧਰ ਵਾਲਾ ਪਾਸਾ ਹੈ ਸਟਰੋਕ ਦੇ ਉਹ ਹੈਗਾ ਬਾਅਦ ਵਾਲਾ ਪਾਸਾ। ਇਹ ਪਹਿਲਾ ਪਾਸਾ ਅਤੇ ਬਾਅਦ ਵਾਲਾ ਪਾਸਾ ਦਾ ਮਤਲਬ ਕੀ ਹੈ। ਹੁਣ ਬੇਟਾ ਇਹ ਦੇਖੋ, ਜਿਵੇਂ ਇਹ ਪੱਪਾ ਹੈ, ਇਹਦਾ ਪੱਪਾ ਦਾ ਮਤਲਬ ਪਹਿਲਾ ਪਾਸਾ, ਪੱਬਾ ਦਾ ਮਤਲਬ ਬਾਅਦ ਵਾਲਾ ਪਾਸਾ, ਠੀਕ ਹੈ। ਇਹ ਸਾਰੀਆਂ ਸਟਰੋਕਾਂ ਦਾ ਪਹਿਲਾ ਅਤੇ ਬਾਅਦ ਵਾਲਾ ਪਾਸਾ ਦੱਸਿਆ ਹੋਇਆ। ਜਿਹੜੀਆਂ ਲੇਟਵੀਆਂ ਹੁੰਦੀਆਂ ਨੇ ਇਹਦਾ ਉੱਪਰ ਵਾਲਾ ਪਾਸਾ ਪਹਿਲਾ ਪਾਸਾ ਹੁੰਦਾ ਅਤੇ ਨੀਚੇ ਵਾਲਾ ਬਾਅਦ ਵਾਲਾ ਪਾਸਾ। ਇਹਦਾ ਮਤਲਬ ਕੀ ਹੈ ਬੇਟਾ, ਜਦੋਂ ਹੁਣ ਆਪਾਂ ਸਵਰ ਆਪਾਂ ਲਿਖਣੇ ਹੈ, ਜਦੋਂ ਸ਼ਬਦ ਪਾਉਣੇ ਹੈ, ਹੁਣ ਜਿਵੇਂ ਹੈ ਸ਼ਬਦ ਪਾ, ਪੱਪੇ ਦੇ ਨਾਲ ਲੱਗ ਗਿਆ ਆ ਦਾ ਸਵਰ। ਆ ਦਾ ਮਤਲਬ ਹੈ ਪਹਿਲਾ ਸਥਾਨ। ਪਹਿਲੇ ਸਥਾਨ ਦੇ ਵਿੱਚ ਇੱਕ ਤਾਂ ਇਹ ਗੱਲ ਧਿਆਨ 'ਚ ਰੱਖਣੀ ਹੈ ਬੇਟਾ, ਜਦੋਂ ਕੋਈ ਸਟਰੋਕ ਪਾਉਣੀ ਹੈ ਪਹਿਲੇ ਸਥਾਨ ਮਤਲਬ ਲਾਈਨ ਤੋਂ ਉੱਤੇ। ਜੇ ਦੂਜੇ ਸਥਾਨ ਦਾ ਹੋਏਗਾ ਤਾਂ ਉਹ ਲਾਈਨ ਦੇ ਉੱਤੇ ਟੱਚ ਹੋਏਗੀ, ਜੇ ਤੀਜੇ ਸਥਾਨ ਦਾ ਹੋਏਗਾ ਤਾਂ ਲਾਈਨ ਕੱਟ ਕੇ ਪਏਗੀ। ਹੁਣ ਆਪਾਂ ਆ ਵਾਲੇ ਸ਼ਬਦ ਕਰ ਰਹੇ ਹਾਂ ਪਹਿਲੇ ਸਥਾਨ ਵਾਲੇ, ਇਸ ਕਰਕੇ ਜਦੋਂ ਵੀ ਕੋਈ ਸ਼ਬਦ ਦੇ ਨਾਲ ਆ ਪਏਗਾ ਤਾਂ ਉਹ ਸਟਰੋਕ ਜਿਹੜੀ ਹੈਗੀ ਆ ਉਹ ਪਹਿਲਾ ਸਥਾਨ ਮਤਲਬ ਕਿ ਲਾਈਨ ਤੋਂ ਉੱਤੇ ਪਏਗੀ। ਹੁਣ ਜਿਵੇਂ ਵਰਡ ਹੈ ਪਾ, ਤਾਂ ਪ ਪਾਇਆ ਲਾਈਨ ਤੋਂ ਉੱਤੇ, ਅਤੇ ਪ ਤੋਂ ਬਾਅਦ
ਆ ਰਹੀ ਹੈ ਆ ਦੀ ਆਵਾਜ਼। ਇਸ ਦਾ ਮਤਲਬ ਪੱਪਾ ਸਟ੍ਰੋਕ ਪਾਉਣ ਤੋਂ ਬਾਅਦ ਵਾਲੇ ਪਾਸੇ ਪਹਿਲੇ ਸਥਾਨ ਦੇ ਉੱਤੇ, ਜਿੱਥੇ ਸਟ੍ਰੋਕ ਸ਼ੁਰੂ ਹੋ ਰਹੀ ਹੈ ਉਹ ਪਹਿਲਾ ਸਥਾਨ ਹੈ, ਬਾਅਦ ਵਾਲੇ ਪਾਸੇ ਆ ਦੀ ਬਿੰਦੀ ਲਗਾਉਣੀ ਹੈ। ਬਿੰਦੀ ਦਾ ਮਤਲਬ ਹੈ ਵੀ ਸਵਰ ਦਾ ਨਿਸ਼ਾਨ ਹੈ, ਵੀ ਆ ਦੀ ਆਵਾਜ਼ ਆ ਰਹੀ ਹੈ। ਉਸ ਤੋਂ ਬਾਅਦ ਬੇਟਾ ਜਿਸ ਤਰ੍ਹਾਂ ਇਹ ਸਵਰ ਜਿਹੜਾ ਹੈ ਅੱਗੇ ਆ ਗਿਆ ਜੀ ਆਪ, ਇਹਦਾ ਮਤਲਬ ਪੱਪਾ ਸਟ੍ਰੋਕ ਤੋਂ ਪਹਿਲਾਂ ਆਵਾਜ਼ ਆ ਰਹੀ ਹੈ ਤਾਂ ਫਿਰ ਪਹਿਲੇ ਪਾਸੇ ਆ ਦੀ ਬਿੰਦੀ ਲੱਗ ਜਾਏਗੀ। ਇਸੇ ਤਰ੍ਹਾਂ ਜਿਵੇਂ ਬੱਬਾ ਤੋਂ ਬਾਅਦ ਬਾ ਲਗਾਈਏ, ਆ ਦੀ ਆਵਾਜ਼ ਬੱਬੇ ਤੋਂ ਬਾਅਦ ਆ ਰਹੀ ਹੈ ਤਾਂ ਬਾਅਦ ਵਾਲੇ ਪਾਸੇ ਲੱਗ ਗਈ, ਔਰ ਬੱਬਾ ਲਾਈਨ ਤੋਂ ਉੱਤੇ ਪਹਿਲੇ ਸਥਾਨ ਦੇ ਉੱਤੇ ਲਿਖਣਾ ਹੈ। ਆਬ ਤਾਂ ਆ ਦੀ ਆਵਾਜ਼ ਪਹਿਲਾਂ ਆ ਰਹੀ ਹੈ ਅਤੇ ਬੱਬਾ ਜਿਹੜਾ ਹੈ ਆਪਾਂ ਬਾਅਦ 'ਚੋਂ ਲਿਖ ਰਹੇ ਹਾਂ। ਹੁਣ ਜਿਵੇਂ ਸ਼ਬਦ ਜੋੜ ਦੇ ਵਿੱਚ ਕੀ ਹੈ, ਜਿਵੇਂ ਵਰਡ ਪਾਉਣਾ ਜਾਪ, ਜੱਜਾ ਪੈ ਗਿਆ 60 ਡਿਗਰੀ ਦੇ ਉੱਤੇ, ਲਾਈਨ ਤੋਂ ਉੱਤੇ ਪਾਉਣਾ ਅਤੇ ਉਸ ਤੋਂ ਬਾਅਦ ਪੱਪਾ, ਜਿੱਥੇ ਪਹਿਲੀ ਸਟ੍ਰੋਕ ਖਤਮ ਹੁੰਦੀ ਹੈ ਉਸ ਤੋਂ ਬਾਅਦ ਹੀ ਦੂਜੀ ਸਟ੍ਰੋਕ ਸ਼ੁਰੂ ਕਰ ਦੇਣੀ ਹੈ। ਜੱਜਾ 60 ਡਿਗਰੀ ਦਾ ਪਾ ਲਿਆ, ਉਸ ਤੋਂ ਬਾਅਦ ਪੱਪਾ 120 ਡਿਗਰੀ ਦਾ ਪਾ ਲਿਆ, ਅਤੇ ਜੱਜੇ ਤੋਂ ਬਾਅਦ ਆ ਦੀ ਆਵਾਜ਼ ਹੈ, ਇਹਦਾ ਮਤਲਬ ਪਹਿਲੇ ਸਥਾਨ ਦੇ ਉੱਤੇ ਜੱਜੇ ਦੇ ਬਾਅਦ ਦੇ ਵਿੱਚ ਆ ਦੀ ਬਿੰਦੀ ਲਗਾ ਦੇਣੀ, ਬਣ ਗਿਆ ਜਾਪ। ਜੇ ਆ ਨਹੀਂ ਹੁੰਦਾ ਜਪ ਲਿਖਣਾ ਸੀ, ਫਿਰ ਆਪਾਂ ਜੱਜਾ ਲਾਈਨ 'ਤੇ ਪਾਉਣਾ ਸੀ ਅਤੇ ਪੱਪਾ ਪਾ ਦੇਣਾ ਸੀ। ਹੁਣ ਆ ਲੱਗਿਆ ਹੋਇਆ, ਆ ਦਾ ਮਤਲਬ ਪਹਿਲਾ ਸਥਾਨ, ਪਹਿਲਾ ਸਥਾਨ ਦਾ ਮਤਲਬ ਹੁੰਦਾ ਹੈ ਲਾਈਨ ਤੋਂ ਉੱਤੇ ਸਟ੍ਰੋਕ ਪਾਉਣੀ ਹੈ। ਹੁਣ ਜਿਵੇਂ ਵਰਡ ਹੈ ਪਾਕ, ਪੱਪਾ ਲਾਈਨ ਤੋਂ ਉੱਤੇ ਪਾਇਆ, ਕੱਕਾ ਪਾਇਆ, ਪੱਪੇ ਤੋਂ ਬਾਅਦ ਆ ਦੀ ਆਵਾਜ਼ ਆ ਰਹੀ ਹੈ, ਇਸ ਕਰਕੇ ਪੱਪੇ ਦੇ ਸੱਜੇ ਪਾਸੇ ਪਹਿਲੇ ਸਥਾਨ ਦੇ ਉੱਤੇ ਆ ਦੀ ਬਿੰਦੀ ਲਗਾਉਣੀ ਹੈ। ਹੁਣ ਜਿਵੇਂ ਵਰਡ ਹੈ ਨਾਪ, ਨੰਨਾ ਜਿਹੜਾ ਹੈਗਾ ਅਕਸ਼ਰ ਲੇਟਵਾਂ ਅਕਸ਼ਰ ਹੈ, ਉਸ ਤੋਂ ਬਾਅਦ ਪੱਪਾ ਜਿਹੜਾ ਹੈ ਨੀਚੇ ਨੂੰ ਆ ਰਿਹਾ ਹੈ, ਤਾਂ ਇਸ ਕਰਕੇ ਨੰਨਾ ਆਪਾਂ ਲਾਈਨ ਤੋਂ ਇੰਨਾ ਉੱਪਰ ਰੱਖ ਕੇ ਲਿਖਾਂਗੇ ਕਿ ਪੱਪਾ ਜਿਹੜਾ ਹੈ ਲਾਈਨ ਤੋਂ ਉੱਪਰ ਰਹਿ ਜਾਵੇ, ਕਿਉਂਕਿ ਆ ਜਿਹੜਾ ਸਵਰ ਹੈ ਉਹ ਪਹਿਲੇ ਸਥਾਨ ਦਾ ਸਵਰ ਹੁੰਦਾ ਹੈ। ਜਦੋਂ ਵੀ ਕੋਈ ਲੇਟਵਾਂ ਅਕਸ਼ਰ ਪਹਿਲਾਂ ਆ ਜਾਵੇ ਅਤੇ ਦੂਸਰਾ ਅਕਸ਼ਰ ਉੱਪਰੋਂ ਨੀਚੇ ਨੂੰ ਆ ਰਿਹਾ ਹੋਵੇ ਤਾਂ ਆਪਾਂ ਇੰਨਾ ਉੱਪਰ ਲਿਖਾਂਗੇ ਲੇਟਵੇਂ ਅਕਸ਼ਰ ਨੂੰ ਕਿ ਜਿਹੜੀ ਅਗਲੀ ਨੀਚੇ ਆਉਣ ਵਾਲੀ ਸਟ੍ਰੋਕ ਆ ਉਹ ਲਾਈਨ ਤੋਂ ਉੱਤੇ ਰਹਿ ਜਾਵੇ, ਕਿਉਂਕਿ ਫਸਟ ਪਲੇਸ ਦਾ ਸਵਰ ਲੱਗਿਆ ਹੋਇਆ ਨਾਪ। ਇਸੇ ਤਰ੍ਹਾਂ ਹੀ ਬੇਟਾ ਕਾਰਡ ਵਰਡ ਆ, ਜਿਵੇਂ ਕੱਕਾ ਲੇਟਵਾਂ ਆ ਗਿਆ, ਇਸ ਕਰਕੇ ਆਪਾਂ ਕੱਕੇ ਨੂੰ ਇੰਨਾ ਉੱਪਰ ਰੱਖਿਆ ਕਿ ਢੱਡਾ ਲਾਈਨ ਤੋਂ ਉੱਪਰ ਰਹਿ ਗਿਆ। ਅਤੇ ਲੇਟਵੇਂ ਸ਼ਬਦਾਂ ਦੇ ਵਿੱਚ ਜਿਵੇਂ ਮੈਂ ਦਿਖਾਇਆ ਸੀ ਤੁਹਾਨੂੰ, ਜਿਵੇਂ ਆ ਕੱਕਾ ਪਾਇਆ ਹੋਇਆ, ਇਹਦਾ ਉੱਪਰ ਵਾਲਾ ਪਾਸਾ ਪਹਿਲਾ ਪਾਸਾ ਹੁੰਦਾ, ਨੀਚੇ ਵਾਲਾ ਪਾਸਾ ਬਾਅਦ ਵਾਲਾ ਪਾਸਾ ਹੁੰਦਾ। ਇਸੇ ਕਰਕੇ ਕੱਕੇ ਤੋਂ ਬਾਅਦ ਆਵਾਜ਼ ਆ ਰਹੀ ਸੀ ਕਾਰਡ, ਇਸ ਕਰਕੇ ਨੀਚਲੇ ਪਾਸੇ ਪਹਿਲੇ ਸਥਾਨ ਦੇ ਉੱਤੇ ਕੱਕੇ ਦੇ ਆ ਦੀ ਬਿੰਦੀ ਲਗਾਤੀ। ਇਸੇ ਤਰ੍ਹਾਂ ਜਿਵੇਂ ਵਰਡ ਹੋਵੇ ਆਡ, ਉਰੇ ਇਕੱਲਾ ਆ ਸਵਰ ਸੁਣ ਰਿਹਾ, ਆ ਦੀ ਬਿੰਦੀ ਲੱਗ ਗਈ ਅਤੇ ਢੱਡਾ ਜਿਹੜਾ ਹੈਗਾ ਲਾਈਨ ਤੋਂ ਉੱਤੇ ਲਿਖਤਾ ਆਪਾਂ। ਇਸੇ ਤਰ੍ਹਾਂ ਹੀ ਬੇਟਾ ਇਹ ਸਾਰੇ ਸ਼ਬਦ ਨੇ ਮੈਂ ਲਿਖੇ ਨੇ, ਆਖ, ਆਟਾ, ਆਬ, ਕਾਲ, ਕਾਣ, ਖਾਤਾ, ਕਾਨਾ, ਚਾਲ, ਨਾਥ, ਬਾਲ, ਪਾਕ, ਮਾਤ, ਖਾਕ, ਛਾਣ, ਆਬ, ਆਪ। ਇਹ ਸਾਰੇ ਸ਼ਬਦ ਤੁਸੀਂ ਕਾਪੀ ਦੇ ਉੱਤੇ ਲਿਖ ਕੇ ਮੈਨੂੰ ਦਿਖਾਉਣੇ ਨੇ ਔਰ ਫੋਟੋ ਖਿੱਚਣੀ ਹੈ ਬੇਟਾ। ਇਹ ਸ਼ਬਦਾਂ ਦੀ ਆਊਟਲਾਈਨ ਪਾ ਕੇ ਫਿਰ ਮੈਂ ਤੁਹਾਨੂੰ ਦੱਸਾਂਗੀ ਠੀਕ ਪਾਇਆ ਗਲਤ ਪਾਇਆ, ਔਰ ਇਹ ਸਾਰੇ ਸ਼ਬਦ ਪਹਿਲੇ ਸਥਾਨ ਦੇ ਸਵਰ ਦੇ ਨੇ, ਇਸ ਕਰਕੇ ਲਾਈਨ ਤੋਂ ਉੱਪਰ ਪੈਣਗੇ। ਵਾਰ-ਵਾਰ ਵੀਡੀਓ ਨੂੰ ਦੇਖੋ ਤਾਂ ਤੁਹਾਨੂੰ ਸਮਝ ਆ ਜਾਏਗਾ ਵੀ ਕਿਵੇਂ ਲਿਖਿਆ, ਔਰ ਕੋਸ਼ਿਸ਼ ਕਰੋ ਲਿਖਣ ਦੀ ਸ਼ਬਦ, ਔਰ ਉਸ ਤੋਂ ਬਾਅਦ ਮੈਨੂੰ ਸੈਂਡ ਕਰੋ ਤਾਂ ਮੈਨੂੰ ਪਤਾ ਲੱਗੇ ਤੁਹਾਨੂੰ ਕਿੰਨਾ ਕੁ ਸਮਝ ਆਇਆ ਹੈ। ਥੈਂਕ ਯੂ ਬੇਟਾ।